ਇੱਕ ਓਂਕਾਰ ਸਤਨਾਮ ਓਸ਼ੋ। ਇਹ ਜਿਹੜੀ ਪਰਮਾਤਮਾ ਦੀ ਅਨੰਤ ਹੋਣ ਦੀ ਤਾਕਤ ਹੈ, ਇਸ ਲਈ ਵਰਣਨ ਸਾਰੇ ਅਧੂਰੇ ਹਨ। ਸਾਡੇ ਸਾਰੇ ਕੱਪੜੇ ਛੋਟੇ ਹੋ ਜਾਂਦੇ ਹਨ, ਉਹ ਵੱਡਾ ਹੁੰਦਾ ਜਾਂਦਾ ਹੈ। ਇਸ ਲਈ ਜਿੰਨੀਆਂ ਅਸੀਂ ਪਰਮਾਤਮਾ ਦੀਆਂ ਮੂਰਤੀਆਂ ਬਣਾਈਆਂ, ਜਿੰਨੇ ਅਸੀਂ ਵਰਣਨ ਕੀਤੇ, ਉਹ ਸਾਰੇ ਅਧੂਰੇ ਪੈ ਗਏ। ਉਹ ਇਸ ਤਰ੍ਹਾਂ ਜਿਵੇਂ ਅਸੀਂ ਨਿੱਕੇ ਬੱਚੇ ਦੇ ਕੱਪੜੇ ਬਣਾ ਲੈਂਦੇ ਹਾਂ, ਉਹ ਫਿਰ ਛੋਟੇ ਹੋ ਜਾਂਦੇ ਆ ਕਿਉਂਕਿ ਬੱਚਾ ਵੱਡਾ ਹੋ ਰਿਹਾ ਹੈ। ਇੱਕ ਉਮਰ ਆ ਜਾਂਦੀ ਹੈ, ਫਿਰ ਨਾਪ ਠਹਿਰ ਜਾਂਦਾ ਹੈ, ਫਿਰ ਕੱਪੜਿਆਂ ਦਾ ਡਰ ਨਹੀਂ ਹੁੰਦਾ। ਫਿਰ ਅਸੀਂ ਜਿਹੜਾ ਕੱਪੜਾ ਬਣਾ ਲੈਂਦੇ ਹਾਂ ਉਹ ਕੰਮ ਆਉਂਦਾ ਹੈ। ਫਿਰ ਨਾਪ ਨਿਸ਼ਚਿਤ ਹੋ ਜਾਂਦਾ ਹੈ। ਫਿਰ ਦਰਜੀ ਨੂੰ ਬਾਰ-ਬਾਰ ਨਾਪ ਦੇਣ ਦੀ ਲੋੜ ਵੀ ਨਹੀਂ ਪੈਂਦੀ, ਉਹ ਨਾਪ ਨੋਟ ਕਰ ਲੈਂਦਾ ਹੈ। ਪਰ ਬੱਚਿਆਂ ਦੇ ਨਾਪ ਨੋਟ ਨਹੀਂ ਕੀਤੇ ਜਾ ਸਕਦੇ ਕਿਉਂਕਿ ਉਹ ਵੱਧਦੇ ਜਾਂਦੇ ਹੈ। ਪਰਮਾਤਮਾ ਸਦਾ ਵੱਧ ਰਿਹਾ ਹੈ, ਇਸ ਲਈ ਜਿੰਨੇ ਕੱਪੜੇ ਅਸੀਂ ਬਣਾਉਂਦੇ ਹਾਂ ਸਾਰੇ ਛੋਟੇ ਹੋ ਜਾਂਦੇ ਹਨ। ਇਸ ਲਈ ਸਾਰੇ ਸ਼ਾਸਤਰ ਛੋਟੇ ਪੈ ਜਾਂਦੇ ਹੈ, ਪੁਰਾਣੇ ਹੋ ਜਾਂਦੇ ਹੈ। ਇਸ ਲਈ ਤਾਂ ਨਵੇਂ ਧਰਮ ਦਾ ਜਾਗਰਣ ਹੁੰਦਾ ਹੈ। ਨਵੇਂ ਬੁੱਧ ਪੁਰਖ ਫਿਰ ਤੋਂ ਉਹਦਾ ਵਿਖਿਆਨ ਕਰਦੇ ਹੈ। ਜਦ ਨਵੇਂ ਬੁੱਧ ਪੁਰਖ ਉਹਦਾ ਵਿਖਿਆਨ ਕਰਦੇ ਹੈ, ਥੋੜ੍ਹੀ ਦੇਰ ਤੱਕ ਉਹ ਵਿਖਿਆਨ ਸਹੀ ਰਹਿੰਦਾ ਹੈ ਕਿਉਂਕਿ ਕੱਪੜੇ ਫਿਰ ਛੋਟੇ ਹੋ ਜਾਂਦੇ ਹੈ। ਸਦਾ ਬੁੱਧ ਪੁਰਖਾਂ ਦੀ ਜ਼ਰੂਰਤ ਰਹੇਗੀ ਕਿ ਉਹਦਾ ਗੀਤ ਗਾਉਂਦੇ ਰਹਿਣ, ਅਤੇ ਹਰ ਨਵਾਂ ਗੀਤ ਥੋੜ੍ਹੀ ਦੇਰ ਹੀ ਲਾਗੂ ਹੁੰਦਾ ਹੈ। ਜਿੰਨੀ ਦੇਰ ਅਸੀਂ ਗਾਉਂਦੇ ਹਾਂ ਉਨੀ ਦੇਰ ਵੀ ਲਾਗੂ ਨਹੀਂ ਹੋ ਪਾਉਂਦਾ ਕਿਉਂਕਿ ਉਹ ਰੋਜ਼ ਵੱਧਦਾ ਜਾ ਰਿਹਾ ਹੈ। ਸਾਡੇ ਗਾਉਣ ਦੀ ਤਾਕਤ ਨਿੱਕੀ ਅਤੇ ਉਹਦੇ ਵਧਣ ਦੀ ਤਾਕਤ ਬਹੁਤ ਵੱਡੀ ਹੈ। ਇਸ ਲਈ ਜੇਕਰ ਤੁਸੀਂ ਪਿਛਲੇ 5000 ਸਾਲ ਦੇ ਧਰਮਾਂ ਦਾ ਇਤਿਹਾਸ ਵੇਖੋ ਤਾਂ ਤੁਸੀਂ ਪਾਓਗੇ ਪਰਮਾਤਮਾ ਦੀ ਸ਼ਕਲ ਬਦਲਦੀ ਗਈ। ਪਰਮਾਤਮਾ ਦੀ ਸ਼ਕਲ ਨਹੀਂ ਬਦਲਦੀ, ਸਾਡਾ ਵਰਣਨ ਛੋਟਾ ਹੁੰਦਾ ਹੈ। ਫਿਰ ਸਾਨੂੰ ਬਦਲਾਹਟ ਕਰਨੀ ਪੈਂਦੀ ਹੈ, ਫਿਰ ਸਾਨੂੰ ਉਸ 'ਚ ਹੇਰ ਫੇਰ ਕਰਨਾ ਪੈਂਦਾ ਹੈ, ਫਿਰ ਕੁਝ ਕੱਟਣਾ ਵੱਢਣਾ ਪੈਂਦਾ ਹੈ, ਫਿਰ ਨਵੇਂ ਨੈਣ ਨਕਸ਼ ਦੇਣੇ ਪੈਂਦੇ ਹੈ। ਜਦ ਤੱਕ ਅਸੀਂ ਦੇ ਪਾਉਂਦੇ ਹਾਂ ਤਦ ਤੱਕ ਉਹ ਅੱਗੇ ਜਾ ਚੁੱਕਦਾ ਹੈ। ਜਦ ਤੱਕ ਅਸੀਂ ਨੈਣ ਨਕਸ਼ ਸੁਧਾਰਦੇ ਹਾਂ ਤਦ ਤੱਕ ਅਸੀਂ ਵੇਖਦੇ ਹਾਂ ਕੁਝ ਹੋਰ ਹੋ ਗਿਆ, ਸਾਰਾ ਕੁਝ ਅਧੂਰਾ ਰਹੇਗਾ। ਹਿੰਦੂ ਬਹੁਤ ਅਨੋਖੇ ਲੋਕ ਹਨ, ਇਸ ਲਈ ਉਹਨਾਂ ਨੇ ਪਰਮਾਤਮਾ ਦੀਆਂ ਅਜਿਹੀਆਂ ਮੂਰਤੀਆਂ ਵੀ ਬਣਾਈਆਂ ਜਿਨ੍ਹਾਂ 'ਚ ਨੈਣ ਨਕਸ਼ ਨਹੀਂ ਹਨ। ਸਿਰਫ ਹਿੰਦੂਆਂ ਨੇ ਅਜਿਹਾ ਕੰਮ ਕੀਤਾ ਹੈ, ਨਹੀਂ ਤਾਂ ਦੁਨੀਆ 'ਚ ਹੋਰ ਥਾਵਾਂ 'ਤੇ ਵੀ ਮੂਰਤੀਆਂ ਬਣਦੀਆਂ ਹਨ ਪਰ ਨੈਣ ਨਕਸ਼ ਹਨ। ਹਿੰਦੂ ਇੱਕ ਪੱਥਰ ਨੂੰ ਚੁੱਕ ਲੈਂਦੇ ਆ, ਸਿੰਦੂਰ ਨਾਲ ਰੰਗ ਦਿੰਦੇ ਆ, ਹਨੂੰਮਾਨ ਜੀ ਬਣ ਗਏ। ਨਾ ਨੱਕ ਹੈ ਨਾ ਨਕਸ਼, ਕਿਉਂਕਿ ਹਿੰਦੂ ਕਹਿੰਦੇ ਆ ਵੀ ਕੀ ਨੈਣ ਨਕਸ਼ ਬਣਾਉਣੇ, ਜਦ ਤੱਕ ਅਸੀਂ ਬਣਾਵਾਂਗੇ ਤਦ ਤੱਕ ਉਹ ਅੱਗੇ ਵੱਧ ਜਾਏਗਾ, ਤਾਂ ਇਹ ਪੱਥਰ ਕੰਮ ਦੇਗਾ। ਹਿੰਦੂਆਂ ਨੇ ਸ਼ੰਕਰ ਦੀ, ਸ਼ਿਵ ਦੀ ਜਿਹੜੀ ਮੂਰਤੀ ਬਣਾਈ ਸ਼ਿਵਲਿੰਗ, ਉਸ 'ਚ ਕੋਈ ਵੀ ਨੈਣ ਨਕਸ਼ ਨਹੀਂ ਹੈ, ਉਹ ਅੰਡਾਕਾਰ ਹੈ। ਉਹ ਸ਼ਾਸ਼ਵਤ ਮੂਰਤੀ ਹੈ, ਉਹ ਸਦਾ ਲਾਗੂ ਰਹੇਗੀ। ਪਰਮਾਤਮਾ ਕਿਹੋ ਜਿਹਾ ਵੀ ਹੋ ਜਾਏ ਇਹਦੇ ਨਾਲ ਕੋਈ ਫਰਕ ਨਹੀਂ ਪਏਗਾ। ਪਰ ਅਸੀਂ ਜੋ ਵੀ ਉਹਦਾ ਵਰਣਨ ਕਰਾਂਗੇ ਅਸੀਂ ਕਰ ਵੀ ਨਹੀਂ ਸਕਾਂਗੇ ਕਿ ਅਸੀਂ ਦੇਖਾਂਗੇ ਕਿ ਵਰਣਨ ਪੁਰਾਣਾ ਹੋ ਗਿਆ। ਨਾਨਕ ਕਹਿੰਦੇ ਹਨ, ਇੱਤੇ ਕੀਤੇ ਹੋਰ ਕਰੇ। ਉਹਨੇ ਹੁਣ ਤੱਕ ਇੰਨਾ ਕੀਤਾ, ਹੋਰ ਵੀ ਕਰਦਾ ਹੀ ਰਹੇਗਾ। ਹੁਣ ਤੱਕ ਇੰਨਾ ਹੋਇਆ, ਹੋਰ ਵੀ ਹੁੰਦਾ ਰਹੇਗਾ। ਤਾਂ ਆਖ ਨਾ ਸਕੈ ਕੇ ਜੇ ਉਹ ਪੂਰਾ ਹੋ ਗਿਆ ਹੁੰਦਾ ਤਾਂ ਅਸੀਂ ਕੁਝ ਆਂਕ ਲੈਂਦੇ, ਹਿਸਾਬ ਲਾ ਲੈਂਦੇ, ਪਰ ਉਹ ਹੋਰ ਅੱਗੇ ਹੁੰਦਾ ਹੀ ਰਹੇਗਾ। ਹੋਰ ਕੀ ਹੁੰਦਾ ਰਹੇਗਾ ਇਹਦਾ ਅੰਦਾਜ਼ਾ ਲਾਉਣਾ ਵੀ ਅਸੰਭਵ ਹੈ। ਪਰਮਾਤਮਾ ਦੇ ਸੰਬੰਧ 'ਚ ਅਸੀਂ ਕੋਈ ਭਵਿੱਖਬਾਣੀ ਨਹੀਂ ਕਰ ਸਕਦੇ ਕਿ ਉਹ ਕਿਹੋ ਜਿਹਾ ਹੋ ਜਾਏਗਾ ਜਾਂ ਸੰਸਾਰ ਕੀ ਰੂਪ ਰੰਗ ਲਵੇਗਾ। ਸਭ ਅਗਿਆਤ ਵਿੱਚ ਲੁਕਿਆ ਹੋਇਆ ਹੈ। ਜੋ ਉਹਨੇ ਕੀਤਾ ਉਹਨੂੰ ਹੋਰ ਵੀ ਕਰੇਗਾ, ਉਹਦਾ ਹਿਸਾਬ ਕੋਈ ਵੀ ਨਹੀਂ ਲਾ ਸਕਦਾ। ਉਹ ਜਿਹੋ ਜਿਹਾ ਚਾਹੁੰਦਾ ਹੈ ਉਹੋ ਜਿਹਾ ਹੋ ਜਾਂਦਾ ਹੈ। ਉਹਦਾ ਭਾਵ 'ਤੇ ਉਹੋ ਜਿਹੀ ਘਟਨਾ ਵਾਪਰ ਜਾਂਦੀ ਹੈ। ਈਸਾਈ ਕਹਿੰਦੇ ਆ, ਯਹੂਦੀ ਕਹਿੰਦੇ ਆ ਕਿ ਪਰਮਾਤਮਾ ਨੇ ਕਿਹਾ ਹੈ ਹੋ ਜਾ, ਜਗਤ ਹੋ ਗਿਆ। ਸਾਡੇ ਕ੍ਰਿਤਿਆ ਵਿੱਚ ਅਤੇ ਭਾਅ 'ਚ ਫਰਕ ਹੁੰਦਾ ਹੈ ਕਿਉਂਕਿ ਸਾਡੀ ਸ਼ਕਤੀ ਸੀਮਤ ਹੈ। ਜੇਕਰ ਅਸੀਂ ਇੱਕ ਮਕਾਨ ਬਣਾਉਣਾ ਚਾਹੁੰਦੇ ਹਾਂ ਤਾਂ ਅੱਜ ਭਾਵ ਉੱਠਦਾ ਹੈ 2 ਸਾਲਾਂ ਪਿੱਛੋਂ ਮਕਾਨ ਬਣ ਜਾਏਗਾ। ਇਹ 2 ਸਾਲਾਂ ਦਾ ਸਮਾਂ ਲੱਗਦਾ ਹੈ ਕਿਉਂਕਿ ਸਾਡੀ ਸ਼ਕਤੀ ਸੀਮਤ ਹੈ। ਜੇਕਰ ਸ਼ਕਤੀ ਜ਼ਰਾ ਬਹੁਤੀ ਹੋਵੇ ਤਾਂ 1 ਸਾਲ 'ਚ ਬਣ ਜਾਏਗਾ। ਸ਼ਕਤੀ ਹੋਰ ਜ਼ਰਾ ਜ਼ਿਆਦਾ ਹੋਵੇ ਤਾਂ 1 ਦਿਨ 'ਚ ਬਣ ਜਾਏਗਾ। ਜੇਕਰ ਸ਼ਕਤੀ ਭਰਪੂਰ ਹੋਵੇ, ਪਰਿਪੂਰਨ ਹੋਵੇ, ਜਿਸ ਤਰ੍ਹਾਂ ਦੀ ਪਰਮਾਤਮਾ ਦੀ ਹੈ, ਤਾਂ ਫਿਰ ਭਾਵ ਅਤੇ ਕਰਮ ਵਿੱਚ ਸਮੇਂ ਦਾ ਭੇਦ ਨਹੀਂ ਰਹੇਗਾ। ਇਸ ਲਈ ਸਮਾਂ ਸਾਡੇ ਲਈ ਹੈ, ਪਰਮਾਤਮਾ ਲਈ ਕੋਈ ਸਮਾਂ ਨਹੀਂ। ਸਮਾਂ ਮਨੁੱਖੀ ਘਟਨਾ ਹੈ, ਪਰਮਾਤਮਾ ਲਈ ਸਮਾਂ ਹੈ ਹੀ ਨਹੀਂ ਕਿਉਂਕਿ ਸਮਾਂ ਹੈ ਹੀ ਇਸ ਲਈ ਕਿਉਂਕਿ ਅਸੀਂ ਕਮਜ਼ੋਰ ਹਾਂ, ਸਾਡੀ ਕਮਜ਼ੋਰੀ ਨਾਲ ਸਮਾਂ ਹੈ। ਕਦੇ ਤੁਸੀਂ ਖਿਆਲ ਨਾ ਕੀਤਾ ਹੋਵੇ ਪਰ ਹੁਣ ਖਿਆਲ ਕਰਨਾ, ਜਿੰਨੇ ਤੁਸੀਂ ਕਮਜ਼ੋਰ ਹੋਵੋਗੇ ਓਨਾ ਹੀ ਸਮਾਂ ਲੰਮਾ ਪ੍ਰਤੀਤ ਹੋਏਗਾ। ਸਮਝੋ ਕਿ ਤੁਹਾਡੀ ਪਤਨੀ ਬੁਖਾਰ ਨਾਲ ਬਿਮਾਰ ਹੈ, 104 ਡਿਗਰੀ ਬੁਖਾਰ ਹੈ।
ਤੁਸੀਂ ਭੱਜਦੇ ਭੱਜਦੇ ਬਾਜ਼ਾਰ 'ਚ ਜਾਂਦੇ ਹੋ, ਦਵਾਈ ਖਰੀਦ ਕੇ 5 ਮਿੰਟਾਂ 'ਚ ਮੁੜ ਪਰਤ ਆਉਂਦੇ ਹੋ। ਪਰ ਪਤਨੀ ਕਹਿੰਦੀ ਹੈ ਬਹੁਤ ਦੇਰ ਕਰ ਦਿੱਤੀ, ਬੁਖਾਰ 'ਚ ਸਮਾਂ ਲੰਮਾ ਪ੍ਰਤੀਤ ਹੁੰਦਾ ਹੈ। ਹੁਣ ਤਾਂ ਇਹਦੇ ਵਿਗਿਆਨਕ ਪ੍ਰਮਾਣ ਵੀ ਮਿਲ ਗਏ ਹੈ। ਜਦ ਆਦਮੀ ਬੁਖਾਰ 'ਚ ਹੁੰਦਾ ਤਾਂ ਲੰਮਾ ਸਮਾਂ ਪ੍ਰਤੀਤ ਹੁੰਦਾ ਹੈ, ਬਿਮਾਰ ਆਦਮੀ ਨੂੰ ਸਮਾਂ ਜ਼ਿਆਦਾ ਪ੍ਰਤੀਤ ਹੁੰਦਾ ਹੈ। ਬਿਮਾਰ ਆਦਮੀ ਨੂੰ ਹੀ ਨਹੀਂ, ਬਿਮਾਰ ਆਦਮੀ ਕੋਲ ਤੁਸੀਂ ਘੜੀ ਭਰ ਬੈਠੋ, ਬਹੁਤ ਲੰਮਾ ਪ੍ਰਤੀਤ ਹੁੰਦਾ ਹੈ। ਜੇਕਰ ਕੋਈ ਆਦਮੀ ਮਰ ਰਿਹਾ ਹੋਵੇ, ਉਹਦੇ ਕੋਲ ਲਗਾਤਾਰ ਰਾਤ ਭਰ ਬੈਠੋ, ਇਸ ਤਰ੍ਹਾਂ ਲੱਗੇਗਾ ਜਿਵੇਂ ਅੰਤ ਹੀ ਨਹੀਂ ਆਉਂਦਾ, ਰਾਤ ਲੰਮੀ ਹੁੰਦੀ ਜਾਂਦੀ ਹੈ। ਜਦ ਤੁਸੀਂ ਤੰਦਰੁਸਤ ਹੁੰਦੇ ਹੋ ਸਮਾਂ ਛੋਟਾ ਹੋ ਜਾਂਦਾ ਹੈ, ਜਦ ਤੁਸੀਂ ਪ੍ਰਫੁੱਲਤ ਹੁੰਦੇ ਹੋ ਸਮਾਂ ਛੋਟਾ ਹੋ ਜਾਂਦਾ ਹੈ, ਜਦ ਤੁਸੀਂ ਦੁਖੀ ਹੁੰਦੇ ਹੋ ਸਮਾਂ ਲੰਮਾ ਹੁੰਦਾ ਹੈ। ਸਾਡੀ ਸ਼ਕਤੀ ਉੱਤੇ ਸਮਾਂ ਨਿਰਭਰ ਹੈ। ਪਰਮਾਤਮਾ ਪਰਿਪੂਰਨ ਸ਼ਕਤੀ ਹੈ, ਓਮਨੀ ਪੋਟੈਂਟ, ਸਰਵ ਸ਼ਕਤੀਮਾਨ, ਉਸ ਲਈ ਕੋਈ ਵੀ ਸਮਾਂ ਨਹੀਂ ਹੈ। ਉਹਦਾ ਭਾਵ ਹੀ ਕਰਮ ਹੋ ਜਾਂਦਾ ਹੈ। ਨਾਨਕ ਕਹਿੰਦੇ ਹਨ, ਜੇ ਵਡ ਭਾਵੈ ਤੇ ਵਡ ਹੋਏ। ਜੋ ਭਾਵ ਕਰਦਾ ਹੈ ਉਹ ਜਿਹਾ ਹੀ ਵਾਪਰ ਜਾਂਦਾ ਹੈ, ਉਸੇ ਵੇਲੇ ਵਾਪਰ ਜਾਂਦਾ ਹੈ। ਪਲਕੂ ਦੀ ਵੀ ਦੇਰ ਨਹੀਂ ਹੁੰਦੀ। ਯੁਗਪਤ, ਇੱਧਰ ਭਾਵ ਉੱਧਰ ਘਟਨਾ ਵਾਪਰ ਜਾਂਦੀ ਹੈ। ਭਾਵ ਹੀ ਕ੍ਰਿਤਿ ਹੈ। ਨਾਨਕ ਕਹਿੰਦੇ ਹਨ, ਇਸ ਨੂੰ ਜਿਹੜਾ ਜਾਣ ਲਵੇ ਉਹ ਸੱਤਿਆ ਹੈ। ਇਸ ਵਚਨ ਦੇ 2 ਅਰਥ ਹੋ ਸਕਦੇ ਹਨ। ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ। ਇਸ ਵਚਨ ਦੇ 2 ਅਰਥ ਹੋ ਸਕਦੇ ਆ ਕਿ ਇਸ ਗੱਲ ਨੂੰ ਜੋ ਜਾਣ ਲਵੇ ਉਹ ਖੁਦ ਸੱਤਿਆ ਹੋ ਗਿਆ, ਉਹੀ ਸੱਤਿਆ ਹੈ ਜਿਹੜਾ ਇਸ ਗੱਲ ਨੂੰ ਜਾਣ ਲਵੇ। ਪਰਮਾਤਮਾ ਦੀ ਇਸ ਸਰਵ ਸ਼ਕਤੀ ਮੱਤਾ ਨੂੰ ਜੋ ਜਾਣ ਲਵੇ ਉਹੀ ਸੱਤਿਆ ਹੈ। ਤੇ ਦੂਜਾ ਅਰਥ ਹੋ ਸਕਦਾ ਹੈ ਕਿ ਨਾਨਕ ਕਹਿੰਦੇ ਹਨ, ਉਹ ਸੱਤਿਆ ਪੁਰਖ ਹੀ ਆਪਣੇ ਆਪ ਨੂੰ ਜਾਣਦਾ ਹੈ। ਅਸੀਂ ਉਸ ਨੂੰ ਨਹੀਂ ਜਾਣ ਸਕਾਂਗੇ ਕਿਉਂਕਿ ਨਾ ਉਹਦੇ ਭਵਿੱਖ ਦਾ ਸਾਨੂੰ ਕੋਈ ਬੋਧ ਹੈ, ਨਾ ਅਤੀਤ ਦਾ, ਤੇ ਉਹ ਕਦੇ ਵੀ ਪੂਰਾ ਨਹੀਂ ਹੋਏਗਾ। ਪੂਰਾ ਹੁੰਦਾ ਰਹੇਗਾ, ਪੂਰਨਤਾ ਨਾਲ ਹੋਰ ਪੂਰਨਤਾ, ਹੋਰ ਪੂਰਨਤਾ। ਉਹ ਪੂਰਨ ਨਹੀਂ ਹੈ। ਜਿਹੜਾ ਪੂਰਨ ਤੋਂ ਪੂਰਨ ਹੋ ਰਿਹਾ ਹੋਵੇ ਉਹ ਪੂਰਨ ਤੋਂ ਪੂਰਨਤਰ ਹੋ ਰਿਹਾ ਹੈ। ਇੱਕ ਅਰਥ ਹੋ ਸਕਦਾ ਹੈ ਕਿ ਉਹੀ ਕੇਵਲ ਜਾਣਦਾ ਹੈ, ਸਾਡੇ ਸਾਰੇ ਅਨੁਮਾਨ ਅੰਦਾਜ਼ੇ ਹਨ। ਦੂਜਾ ਅਰਥ ਹੋ ਸਕਦਾ ਹੈ ਜਿਹੜਾ ਪਰਮਾਤਮਾ ਵੀ ਦੀ ਇਸ ਸਰਬ ਸ਼ਕਤੀ ਮਤਾ ਨੂੰ ਅਨੁਭਵ ਕਰ ਲੈਂਦਾ ਉਹੀ ਸੱਚ ਹੈ। ਉਹ ਪ੍ਰਾਣੀ ਵੀ ਸੱਤ ਹੋ ਗਿਆ। ਪਰ ਜੇਕਰ ਕੋਈ ਉਹਦਾ ਵਰਣਨ ਕਰਨ ਦਾ ਘਮੰਡ ਕਰੇ ਤਾਂ ਉਹਦੀ ਗਿਣਤੀ ਗਵਾਰਾਂ 'ਚ ਵੀ ਗਵਾਰ ਦੀ ਹੋਣੀ ਚਾਹੀਦੀ ਹੈ। ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀ ਹੈ ਸਿਰ ਗਵਾਰਾ ਗਵਾਰ। ਜੇਕਰ ਗਵਾਰਾਂ ਦੀ ਕੋਈ ਸੂਚੀ ਬਣਾਉਣੀ ਹੋਵੇ ਤਾਂ ਸਭ ਤੋਂ ਉੱਪਰ ਸਿਰ ਉੱਤੇ ਉਹਦਾ ਨਾਂ ਲਿਖਣਾ ਚਾਹੀਦਾ ਹੈ, ਜਿਹੜਾ ਇਹ ਘਮੰਡ ਕਰੇ ਕਿ ਉਹਦਾ ਵਰਣਨ ਕੀਤਾ ਜਾ ਸਕਦਾ ਹੈ। ਵਰਣਨ ਨਾਨਕ ਕਰਦੇ ਹਨ ਕਿਉਂਕਿ ਵਰਣਨ ਬਹੁਤ ਰਸਪੂਰਨ ਹੈ। ਵਰਣਨ ਡੋਬ ਦਿੰਦਾ ਹੈ, ਵਰਣਨ ਧਿਆਨ ਹੈ। ਉਹਦੇ ਭਾਵ ਦੀ ਗੱਲ ਕਰਦੇ ਕਰਦੇ ਹਿਰਦਾ ਖਿੜ ਜਾਂਦਾ ਹੈ, ਅੰਦਰ ਉਮੰਗ ਪੈਦਾ ਹੋ ਜਾਂਦੀ ਹੈ, ਰਸ ਵਗਣ ਲੱਗਦਾ ਹੈ। ਪਰ ਜੇਕਰ ਕੋਈ ਸੋਚਦਾ ਹੋਵੇ ਕਿ ਉਹਦਾ ਵਰਣਨ ਹੋ ਸਕਦਾ ਹੈ ਤਾਂ ਗਵਾਰਾਂ 'ਚੋਂ ਗਵਾਰ ਹੈ। ਗਿਆਨੀ ਉਹ ਹੈ ਜਿਹੜਾ ਜਾਣਦਾ ਹੈ ਉਹਦਾ ਵਰਣਨ ਨਹੀਂ ਹੋ ਸਕਦਾ, ਵਰਣਨ ਕਰਦਾ ਹੈ ਕਿਉਂਕਿ ਉਹਦਾ ਨਾਂ ਲੈਣ 'ਚ ਬਹੁਤ ਆਨੰਦ ਹੈ। ਉਹਦੀ ਚਰਚਾ ਕਰਦਾ ਹੈ, ਚਰਚਾ ਬਹੁਤ ਪ੍ਰੀਤੀਕਰ ਹੈ। ਉਸੇ ਦੀ ਗੱਲ ਕਰਦਾ ਹੈ, ਦੂਜੀ ਗੱਲ ਹੀ ਨਹੀਂ ਕਰਦਾ ਕਿਉਂਕਿ ਉਹਦੀ ਗੱਲ ਕਰਦੇ ਕਰਦੇ ਉਹਦਾ ਦਰਵਾਜ਼ਾ ਖੁੱਲ੍ਹਦਾ ਹੈ। ਉਹਦੀ ਚਰਚਾ ਉਹਦੇ ਦਰ 'ਤੇ ਦਸਤਕ ਦੇਣ ਵਰਗੀ ਹੈ। ਤੁਸੀਂ ਕਦੇ ਖਿਆਲ ਕੀਤਾ ਜਦ ਪਹਿਲਾ ਬੱਚਾ ਪੈਦਾ ਹੁੰਦਾ ਤਦ ਮਾਂ ਉਹਦੀਆਂ ਗੱਲਾਂ ਕਰਦੀ ਹੈ, ਗੁਆਂਢੀਆਂ ਦੇ ਨਾਲ ਕਰਦੀ ਹੈ, ਘਰ ਪ੍ਰਾਹੁਣੇ ਆਉਂਦੇ ਉਹਨਾਂ ਨਾਲ ਕਰਦੀ ਹੈ, ਉਹੀ ਗੱਲਾਂ ਬਾਰ-ਬਾਰ ਕਰਦੀ ਹੈ। ਜਦ ਪ੍ਰੇਮੀ ਕਿਸੇ ਦੇ ਪ੍ਰੇਮ 'ਚ ਪੈ ਜਾਂਦਾ ਤਾਂ ਆਪਣੀ ਪ੍ਰੇਮਿਕਾ ਨੂੰ ਬਾਰ-ਬਾਰ ਕਹਿੰਦਾ ਹੈ, ਮੈਂ ਤੈਨੂੰ ਪ੍ਰੇਮ ਕਰਦਾ। ਬਾਰ-ਬਾਰ ਕਹਿੰਦਾ ਤੇਰੇ ਨਾਲੋਂ ਬਹੁਤ ਹੀ ਸੋਹਣੀ ਹੋਰ ਕੋਈ ਵੀ ਨਹੀਂ। ਬਾਰ-ਬਾਰ ਕਹਿੰਦਾ ਤੂੰ ਅਨੋਖੀ ਹੈ, ਬੇਜੋੜ ਹੈ। ਬਾਰ-ਬਾਰ ਕਹਿੰਦਾ ਤੇਰੇ ਵਰਗਾ ਕਦੇ ਕੋਈ ਹੋਇਆ ਹੀ ਨਹੀਂ। ਬਾਰ-ਬਾਰ ਕਹਿੰਦਾ ਮੈਂ ਧੰਨ ਭਾਗੀ ਹਾਂ। ਨਾ ਤਾਂ ਪ੍ਰੇਮਿਕਾ ਸਮਝਦੀ ਹੈ ਕਿ ਪੁਨਰੁਕਤੀ ਕਿ ਕੀ ਬਾਰ-ਬਾਰ ਦੁਹਰਾ ਰਹੇ ਹੋ, ਨਾ ਪ੍ਰੇਮੀ ਨੂੰ ਇਹ ਖਿਆਲ ਆਉਂਦਾ ਕਿ ਮੈਂ ਮੁੜਕਿੜ ਉਹੀ ਗੱਲਾਂ ਕਿਉਂ ਕਰ ਰਿਹਾ। ਬਾਰ-ਬਾਰ ਦੁਹਰਾਉਣ ਨਾਲ ਪ੍ਰੇਮ ਵੱਧਦਾ ਹੈ ਕਿਉਂਕਿ ਪ੍ਰੇਮ ਦੀ ਗੱਲ ਬਾਰ-ਬਾਰ ਕਹਿਣ ਨਾਲ ਡੂੰਘੀ ਹੁੰਦੀ ਹੈ। ਬਾਰ-ਬਾਰ ਦੁਹਰਾਉਣ ਨਾਲ ਜਿਵੇਂ ਭੌਰਾ ਫੁੱਲ ਦੇ ਕੋਲ ਘੁੰਮਦਾ ਹੈ, ਇਹੋ ਜਿਹੀ ਗੁਣਗੁਣਾਹਟ ਪ੍ਰੇਮਿਕਾ ਦੇ ਕੋਲ ਗੂੰਜਣ ਲੱਗ ਪੈਂਦੀ ਹੈ। ਜੋ ਸਧਾਰਨ ਪ੍ਰੇਮ 'ਚ ਹੁੰਦਾ ਹੈ ਉਹੀ ਪਰਮਾਤਮਾ ਦੇ ਪ੍ਰੇਮ 'ਚ ਹੁੰਦਾ ਹੈ। ਵਿਰਾਟ ਪੈਮਾਨੇ ਉੱਤੇ ਹੁੰਦਾ ਹੈ, ਪੈਮਾਨਾ ਬਦਲ ਜਾਂਦਾ ਹੈ, ਗੱਲ ਉਹੀ ਹੈ। ਨਾਨਕ ਕਹੀ ਜਾਂਦੇ ਹਨ, ਜੇਕਰ ਤੁਸੀਂ ਪ੍ਰੇਮੀ ਨਹੀਂ ਹੋ ਤਾਂ ਤੁਸੀਂ ਹੈਰਾਨ ਹੋਵੋਗੇ ਕਿ ਕੀ ਇਹ ਉਹੀ ਗੱਲ ਲੰਮੀ ਕੀਤੀ ਜਾ ਰਹੀ ਹੈ। ਇਹ ਜਪਜੀ 3 ਸ਼ਬਦਾਂ 'ਚ ਪੂਰਾ ਹੋ ਜਾਂਦਾ ਹੈ, ਇੱਕ ਓਂਕਾਰ ਜਾਂ ਇੱਕ ਓਂਕਾਰ ਸਤਿਨਾਮ।
ਕੀ ਬਾਰ-ਬਾਰ ਕਹੀ ਜਾਂਦੇ ਹੋ, ਪਰ ਬਹੁਤ ਰਸ ਲੈ ਰਹੇ ਹਨ। ਤੇ ਜੇਕਰ ਤੁਹਾਡੇ ਅੰਦਰ ਵੀ ਭਾਵ ਦਾ ਜਨਮ ਹੋਏਗਾ ਤਾਂ ਤੁਸੀਂ ਦੇਖੋਗੇ ਇਹ ਰੱਟ ਬਹੁਤ ਮਿੱਠੀ ਹੈ। ਇੱਕ ਮਾਂ ਨੇ ਸੁਣਿਆ ਕਿ ਉਹਦਾ ਪੁੱਤਰ ਰਾਤ ਸੌਣ ਜਾ ਰਿਹਾ ਹੈ। ਉਹਨੂੰ ਕਿਹਾ ਗਿਆ ਹੈ ਕਿ ਰੋਜ਼ ਪ੍ਰਾਰਥਨਾ ਕਰਕੇ ਸੌਣਾ। ਸੋ ਉਹਨੇ ਕੰਨ ਲਾ ਕੇ ਸੁਣਿਆ ਕਿ ਉਹ ਪ੍ਰਾਰਥਨਾ ਕਰ ਰਿਹਾ ਕਿ ਨਹੀਂ। ਉਹਨੇ ਇੱਕ ਸ਼ਬਦ ਕਿਹਾ ਤੇ ਕੰਬਲ ਤਾਣ ਕੇ ਅੰਦਰ ਹੋ ਗਿਆ। ਮਾਂ ਅੰਦਰ ਗਈ। ਉਹਨੇ ਕਿਹਾ ਇੰਨੀ ਛੇਤੀ ਪ੍ਰਾਰਥਨਾ ਪੂਰੀ ਹੋ ਗਈ। ਉਹਨੇ ਕਿਹਾ ਰੋਜ਼ ਰੋਜ਼ ਉਹੀ ਕੀ ਕਹਿਣਾ, ਮੈਂ ਰੋਜ਼ ਕਹਿ ਦਿੰਦਾ ਡਿੱਟੋ, ਜੋ ਕੱਲ੍ਹ ਕਿਹਾ ਸੀ ਉਹੀ। ਤੇ ਕੀ ਪਰਮਾਤਮਾ ਇੰਨਾ ਸਮਝਦਾਰ ਨਹੀਂ ਹੈ ਕਿ ਸਮਝ ਨਾ ਸਕੇ? ਬੁੱਧੀ ਤਾਂ ਇਹੀ ਕਹਿਣਾ ਚਾਹੇਗੀ, ਕਹਿ ਦਿਓ ਡਿੱਟੋ, ਕੀ ਬਾਰ-ਬਾਰ ਦੁਹਰਾਉਣਾ, ਪਰ ਭਾਵ ਦੁਹਰਾਉਣਾ ਚਾਹੇਗਾ। ਹਿਰਦਾ ਡਿੱਟੋ ਨੂੰ ਨਹੀਂ ਜਾਣਦਾ, ਹਿਰਦਾ ਦੁਹਰਾਉਂਦਾ ਹੈ। ਦੁਹਰਾ ਕੇ ਰਸ ਲੀਨ ਹੁੰਦਾ ਹੈ। ਜਿੰਨਾ ਦੁਹਰਾਉਂਦਾ ਹੈ ਓਨਾ ਹੀ ਡੁੱਬਦਾ ਹੈ। ਇਹ ਭੌਰੇ ਦੀ ਗੁਣਗੁਣ ਹੈ। ਇਹ ਗੁਣਗੁਣ ਬਹੁਤ ਕੀਮਤੀ ਹੈ, ਪਰ ਭਾਵ ਹੋਵੇ ਤਾਂ ਹੀ ਸਮਝ ਆ ਸਕਦੀ ਹੈ। ਧਿਆਨ ਰੱਖਣਾ। ਇਸ ਲਈ ਨਾਨਕ ਅੰਤ 'ਚ ਫਿਰ ਦੁਹਰਾਉਂਦੇ ਹਨ ਕਿ ਇਸ ਘਮੰਡ 'ਚ ਨਾ ਪੈ ਜਾਣਾ ਕਿ ਉਹਦਾ ਵਰਣਨ ਹੋ ਸਕਦਾ ਹੈ। ਉਹੋ ਜਿਹਾ ਘਮੰਡ ਹੋ ਜਾਏ ਤਾਂ ਗਵਾਰਾਂ 'ਚ ਗਵਾਰ। ਵਰਣਨ ਕਰ ਕਰਕੇ ਤੁਹਾਡਾ ਹੰਕਾਰ ਗੁਆਚ ਜਾਏ ਤਾਂ ਤੁਸੀਂ ਬੁੱਧੀਮਾਨਾਂ 'ਚ ਬੁੱਧੀਮਾਨ। ਤੇ ਵਰਣਨ ਕਰਦੇ ਕਰਦੇ ਹੰਕਾਰ ਆ ਜਾਏ, ਮੈਂ ਵਰਣਨ ਕਰਨ ਵਾਲਾ, ਮੈਂ ਵਰਣਨ ਕਰ ਲਿਆ। ਜਿਹੜਾ ਹੋਰ ਕੋਈ ਨਾ ਕਹਿ ਸਕੇ ਉਹ ਮੈਂ ਕਹਿ ਦਿੱਤਾ ਹੈ। ਜਿਹੜਾ ਕੋਈ ਨਾ ਦੱਸ ਸਕਿਆ ਉਹ ਮੈਂ ਦੱਸ ਦਿੱਤਾ ਹੈ। ਤਾਂ ਫਿਰ ਗਵਾਰਾਂ ਵਿੱਚ ਗਵਾਰ। ਧੰਨਵਾਦ।